ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਏ ਆ। ਅੱਜ ਆਪਣਾ PSSB ਬੋਰਡ ਨੇ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀਆਂ ਠੀਕ ਆ ਜੀ ਪੋਸਟਾਂ 107 ਅਨਾਉਂਸ ਕਰ ਦਿੱਤੀਆਂ ਨੇ। ਸੋ ਉਹਨਾਂ ਦੀਆਂ 107 ਫਾਰਮਾਂ ਲਈ ਉਹਨਾਂ ਨੇ ਡਿਟੇਲ ਨੋਟੀਫਿਕੇਸ਼ਨ ਆਪਦੀ ਸਾਈਟ ਦੇ ਉੱਤੇ ਜਾਰੀ ਕਰ ਦਿੱਤਾ ਵਾ। ਤੇ ਜਿਹੜੀ ਇਹਨਾਂ ਦੀ ਡਿਟੇਲ ਨੋਟੀਫਿਕੇਸ਼ਨ ਜਿੱਥੇ ਇਹਨਾਂ ਨੇ ਸਾਈਟ ਦੇ ਉੱਤੇ ਜਾਰੀ ਕੀਤਾ ਉੱਥੇ ਹੀ ਅੱਜ ਤੋਂ ਹੀ ਜਿਹੜੇ ਫਾਰਮ ਨੇ ਠੀਕ ਆ 23/5 ਤੋਂ ਲੈ ਕੇ 23/6 ਸ਼ਾਮ 5 ਵਜੇ ਤੱਕ ਭਰੇ ਜਾਣਗੇ ਠੀਕ ਆ। ਸੋ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਇਹ ਹੋਏਗਾ ਕਿ ਪਹਿਲੀ ਗੱਲ ਤਾਂ ਇਹਦੀ ਸੈਲਰੀ ਪੈਕੇਜ ਜ਼ਿਆਦਾ ਵਾ ਠੀਕ ਆ, ਜੋ ਦੂਸਰੀਆਂ ਪੋਸਟਾਂ ਆਈਆਂ ਸੀ ਹੁਣ ਰੀਸੈਂਟਲੀ ਠੀਕ ਆ ਜੀ। ਤੋ ਸੈਕੰਡ ਥਿੰਗ ਕਿ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਜਿਹੜਾ ਇਹਨਾਂ ਨੇ ਡਿਪਲੋਮਾ ਮੰਗਿਆ ਸੀ ਵੀਡੀਓ ਦੀ ਪੋਸਟ ਲਈ ਠੀਕ ਆ, ਸੋ ਇਹਦੇ ਵਿੱਚ ਉਹ ਡਿਪਲੋਮਾ ਦੀ ਲੋੜ ਨਹੀਂ ਪਏਗੀ। ਅਗਰ ਤੁਹਾਡਾ 120 ਘੰਟੇ ਦਾ ਵੀ ਸਰਟੀਫਿਕੇਟ ਹੈਗਾ ਵਾ ਤੁਹਾਡਾ ਉਹ ਵੀ ਚੱਲ ਜਾਏਗਾ ਠੀਕ ਆ ਜੀ। ਸੋ ਤੁਹਾਨੂੰ ਕੋਈ ਵੀ ਇਹਦੇ ਵਿੱਚ ਦਿੱਕਤ ਪਰੇਸ਼ਾਨੀ ਨਹੀਂ ਚੱਲੇਗੀ। ਸੋ 120 ਘੰਟੇ ਦਾ ਸਰਟੀਫਿਕੇਟ ਜਾਂ ਅਗਰ ਤੁਹਾਡੀ ਗ੍ਰੈਜੂਏਸ਼ਨ ਜੋ ਹੈ ਉਹ ਕੰਪਿਊਟਰ ਡਿਗਰੀ ਦੇ ਵਿੱਚ ਕੀਤੀ ਹੋਈ ਆ ਤਾਂ ਵੀ ਤੁਹਾਨੂੰ ਉਹਦੇ ਵਿੱਚ ਹੋ ਜਾਏਗਾ। ਸੋ ਅਗਰ ਨਾਰਮਲ ਗ੍ਰੈਜੂਏਸ਼ਨ ਵੀ ਤੁਹਾਡੀ ਹੈਗੀ ਆ ਜਿੱਦਾਂ ਕਿ BA BBA ਜਾਂ ਦੂਸਰੀ ਕੋਈ ਵੀ ਬੈਚਲਰ ਡਿਗਰੀ ਵੀ ਹੈਗੀ ਆ ਉਹ ਵੀ ਤੁਹਾਡਾ ਬੈਨੀਫਿਟ ਹੋ ਜਾਏਗਾ। ਹੁਣ ਦੇਖੋ ਜੀ ਅੱਜ ਇਹ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ 107 ਪੋਸਟਾਂ ਨੇ ਠੀਕ ਆ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀਆਂ। 2021 ਦੇ ਵਿੱਚ ਇਹ ਪੋਸਟਾਂ ਆਈਆਂ ਸੀ, ਉਹਦੇ ਵਿੱਚ 51 ਪੋਸਟਾਂ ਸੀਗੀਆਂ ਇਹਦੇ ਵਿੱਚ। ਸੋ ਇਸ ਵਾਰ ਤੁਸੀਂ ਦੇਖ ਸਕਦੇ ਹੋ ਲਗਭਗ ਦੁੱਗਣੀਆਂ ਤੋਂ ਵੀ ਵੱਧ ਪੋਸਟਾਂ ਇਹਨਾਂ ਨੇ ਅਨਾਉਂਸ ਕੀਤੀਆਂ। ਸੋ ਇਹਨਾਂ ਨੇ ਜਿਹੜੇ ਆਪਣਾ ਕੀ ਰੱਖਿਆ ਇਹਨਾਂ ਨੇ ਤਕਨੀਕੀ ਯੋਗਤਾ ਇਹਨਾਂ ਨੇ ਕਿਹਾ ਜੀ ਡਿਗਰੀ ਹੋਣੀ ਚਾਹੀਦੀ ਆ ਬੈਚਲਰ ਦੀ ਤੁਹਾਡੀ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ। ਉਹਦੇ ਨਾਲ ਠੀਕ ਆ ਦੂਜਾ ਪੁਆਇੰਟ ਆਏ ਕਿ ਤੁਹਾਡੇ ਕੋਲ 120 ਘੰਟਿਆਂ ਦਾ ਕੋਰਸ ਹੋਣਾ ਚਾਹੀਦਾ ਵਾ ਜਿਹੜਾ ਪਰਸਨਲ ਕੰਪਿਊਟਰ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਉੱਤੇ ਆਫਿਸ ਪ੍ਰੋਡਕਟਿਵ ਐਪਲੀਕੇਸ਼ਨ ਦੇ ਉੱਤੇ ਠੀਕ ਆ। ਜਾਂ ਫਿਰ ਤੁਹਾਡੇ ਕੋਲੇ ਔਰ ਲਿਖਤਾ ਉਹਨਾਂ ਨੇ ਰੈਪੂਟੇਟਡ ਇੰਸਟੀਟਿਊਸ਼ਨ ਵਿਚ ਇਜ਼ ISO 9001। ਸੋ ISO ਦਾ 120 ਘੰਟੇ ਦਾ ਸਰਟੀਫਿਕੇਟ ਇਹਦੇ ਵਿੱਚ ਤੁਹਾਡਾ ਪੂਰੀ ਤਰ੍ਹਾਂ ਚੱਲ ਜਾਏਗਾ ਚਾਹੇ ਤੁਸੀਂ ਕਿਸੇ ਵੀ ਸਟਰੀਮ ਦੇ ਵਿੱਚ ਬੈਚਲਰ ਡਿਗਰੀ ਕੀਤੀ ਆ। ਸੋ ਤੁਹਾਡੇ ਲਈ ਬਹੁਤ ਵੱਡੀ ਰਾਹਤ ਆ ਇਹ। ਸੋ ਵੀਡੀਓ ਦੀ ਪੋਸਟ ਲਈ ਜਿਹੜੇ ਕੈਂਡੀਡੇਟ ਨੂੰ ਲੱਗਦਾ ਵਾ ਕਿ ਅਸੀਂ ਐਲੀਜੀਬਲ ਨਹੀਂ ਗੇ ਤੇ ਬੋਰਡ ਵੱਲੋਂ ਕੋਈ ਅਜੇ ਤੱਕ ਅਫੀਸ਼ੀਅਲ ਨੋਟਿਸ ਵੀ ਜਾਰੀ ਨਹੀਂ ਕੀਤਾ ਗਿਆ ਕਿ ਕਿਹੜੇ ਉਹਦੇ ਵਿੱਚ ਫਾਰਮ ਭਰ ਸਕਦੇ ਆ, ਜਿਨ੍ਹਾਂ ਨੂੰ ਥੋੜਾ ਬਹੁਤ ਡਾਊਟ ਹੋਗਾ ਉਹ ਇਹਦਾ ਫਾਰਮ ਜਲਦ ਤੋਂ ਜਲਦ ਭਰ ਦਿਓ ਠੀਕ ਆ ਜੀ। ਹੁਣ ਜੀ ਇਹਨਾਂ ਨੇ ਕੀ ਕੀਤਾ ਵਾ ਇਹਦੇ ਵਿੱਚ ਜਾਂ ਉਹਨਾਂ ਨੇ ਇੱਕ ਚੀਜ਼ ਹੋ ਦਿੱਤੀ ਆ ਕਿ ਜਾਂ ਤੁਹਾਡਾ ਜਾਂ ਲਿਖਿਆ ਠੀਕ ਆ ਔਰ ਜਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੋਰਸ ਹੋਣਾ ਚਾਹੀਦਾ ਇਕੁਇਵਲੈਂਟ ਟੂ 0 ਲੈਵਲ ਸਰਟੀਫਿਕੇਟ ਜਿਹੜਾ ਕਿ ਡਾਕ ਆਫ ਗੌਰਮੈਂਟ ਆਫ ਇੰਡੀਆ ਤੋਂ ਵੈਲਿਡ ਹੁੰਦਾ। ਜਾਣੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਇਹਦੇ ਵਿੱਚ ਤੁਹਾਡੇ ਕੰਪਿਊਟਰ ਦੇ ਲਗਭਗ ਜਿਹੜੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਹੈਗੇ ਨੇ ਸਾਰੇ ਚੱਲ ਜਾਣਗੇ, ਚਾਹੇ 120 ਘੰਟੇ ਦਾ ਹੋਵੇ। ਇੱਕ ਚੀਜ਼ ਧਿਆਨ ਦੇਣੀ ਆ ਤੁਸੀਂ, ਚਾਹੇ ਤੁਹਾਡਾ 120 ਘੰਟੇ ਦਾ ਕੋਰਸ ਆ ਜਾਂ ਇਸ ਤੋਂ ਵੱਧ ਆ, ਅਗਰ ਇਸ ਤੋਂ ਵੱਧ ਆ ਉਹ ਤਾਂ ਆਪਣੇ ਆਪ ਹੀ ਚੱਲ ਜਾਏਗਾ ਠੀਕ ਆ। ਸੋ ਜਿਨ੍ਹਾਂ ਦਾ ਵੀ 120 ਘੰਟੇ ਦਾ ਕੋਰਸ ਹੈ ਉਹ ਨਾਲ ਅਪਲਾਈ। ਸੋ ਇਹ ਮੈਂਡੇਟਰੀ ਆ, ਇੱਦਾਂ ਨਹੀਂ ਕਿ ਜੇ ਤੁਹਾਡੀ BCom ਕੀਤੀ ਹੋਈ ਆ ਤਾਂ ਤੁਹਾਨੂੰ ਲੋੜ ਨਹੀਂ ਪਏਗੀ, ਫਿਰ ਤੁਹਾਨੂੰ 120 ਘੰਟੇ ਦੇ ਕੋਰਸ ਦੀ ਲੋੜ ਪਏਗੀ। ਹੁਣ ਜੇ ਇਹਨਾਂ ਨੇ 10ਵੀਂ ਕਲਾਸ ਤੁਹਾਡੀ 10ਵੀਂ ਦੇ ਵਿੱਚ ਕੀਤੀ ਹੋਣੀ ਚਾਹੀਦੀ ਆ ਠੀਕ ਆ, ਜਾਂ ਇਹਦੇ ਬਰਾਬਰ ਦੀ ਯੋਗਤਾ ਦੇ ਪਾਸ ਵਿੱਚ ਕੀਤੀ ਜਾਣੀ ਚਾਹੀਦੀ ਆ। ਨੌਲੇਜ ਆਫ ਪੰਜਾਬੀ ਲੈਂਗੁਏਜ ਉਹਨਾਂ ਨੇ ਕਹਿਤਾ ਮੈਟ੍ਰਿਕੂਲੇਸ਼ਨ। ਹੁਣ ਪੋਸਟਾਂ ਦੇਖੋ ਜੀ ਮੇਨ ਚੀਜ਼ ਜਿਹੜੀ ਆਪਣੀ ਹੈਗੀ ਹੈ ਕਿ ਪੋਸਟਾਂ 107 ਦੇ ਵਿੱਚ ਕਿਸ ਤਰ੍ਹਾਂ ਵਰਗੀਕਰਨ ਕੀਤਾ। ਜਰਨਲ ਦੇ ਵਿੱਚ 82 ਪੋਸਟਾਂ ਨੇ, 82 ਆਊਟ ਆਫ ਗਿਆ ਉਹਨਾਂ ਨੇ 82 ਦੇ ਵਿੱਚੋਂ ਜਿਹੜੀਆਂ 12 ਪੋਸਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ ਠੀਕ ਆ, ਜੋ ਆਪਣੀਆਂ ਵੂਮੈਨਸ ਲਈ ਫੀਮੇਲਸ ਲਈ ਕੀਤੀਆਂ ਹੋਈਆਂ ਨੇ 12 ਪੋਸਟਾਂ। SC M&B ਦੀਆਂ 11 ਪੋਸਟਾਂ ਨੇ ਜਿਹਦੇ ਵਿੱਚੋਂ ਕਿ 5 ਪੋਸਟਾਂ ਰਿਜ਼ਰਵ ਕੀਤੀਆਂ, ਮਤਲਬ ਇੱਧਰ 6 ਵੱਜ ਜਾਣਗੀਆਂ, ਫਿਰ ਜਿੱਦਾਂ ਇਹਦੇ ਵਿੱਚ ਇੱਧਰ 30 ਵੱਜ ਜਾਣਗੀਆਂ ਠੀਕ ਆ। ਸੋ ਉਹਨਾਂ ਨੇ ਆਊਟ ਆਫ ਕਿਹਾ ਵਾ, ਨਾ ਕਿ ਆਈ ਨਹੀਂ ਕਿਹਾ ਕਿ ਅਲੱਗ ਤੋਂ ਮੈਂਸ਼ਨ ਨਹੀਂ ਆ ਠੀਕ ਆ ਕਾਲਮ C ਤੋਂ। ਸੋ 6 ਚੋਂ 5 ਬਚ ਗਈਆਂ। ਸੋ ਅਗਰ ਆਪਾਂ ਇੱਧਰ SCRO ਦੀਆਂ ਗੱਲ ਕਰੀਏ ਟੋਟਲ 11 ਨੇ ਤੇ ਇੱਥੇ 7 ਬਚ ਗਈਆਂ, 4 ਫੀਮੇਲਸ ਦੇ ਵਿੱਚ ਚਲੀਆਂ ਗਈਆਂ ਠੀਕ ਆ। BC ਕਲਾਸ ਦੀਆਂ 10 ਨੇ, ਸੋ ਇੱਧਰ 6 ਬਚ ਗਈਆਂ, ਇੱਧਰ 4 ਰਹਿ ਗਈਆਂ। ਤੇ ਐਕਸ ਸਰਵਿਸਮੈਨ ਜਿਹੜੇ ਜਰਨਲ ਨੇ 3 ਮੇਲ ਦੀਆਂ ਨੇ ਤੇ 4 ਫੀਮੇਲ ਦੀਆਂ ਨੇ ਠੀਕ ਆ। ਐਕਸ ਸਰਵਿਸਮੈਨ SC ਐਂਡ M&B ਦੀਆਂ ਮੇਲ ਦੀਆਂ ਆਪਣੀਆਂ ਹੈ ਦੋਨਾਂ ਦੀਆਂ, ਮਤਲਬ 2 ਨੇ, 2 ਹੀ ਇਹਨਾਂ ਦੀਆਂ SCRO ਦੀਆਂ ਨੇ ਤੇ 3 ਆਪਣੀਆਂ ਐਕਸ ਸਰਵਿਸਮੈਨ BC ਦੀਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਡਿਟੇਲ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦਿੱਤਾ ਵਾ। ਸੋ ਤੁਸੀਂ ਬੋਰਡ ਦੀ ਸਾਈਟ ਦੇ ਉੱਤੇ ਵੀ ਜਾ ਕੇ ਵੀ ਇਹਨੂੰ ਡਾਊਨਲੋਡ ਕਰ ਸਕਦੇ ਹੋ। ਸੋ ਸਪੋਰਟਸ ਕੈਟਾਗਰੀ ਦੀ ਅਗਰ ਆਪਾਂ ਗੱਲ ਕਰੀਏ 2 ਪੋਸਟਾਂ ਨੇ ਜਿਹ ਚੋਂ 1 ਪੋਸਟ ਰਿਜ਼ਰਵ ਆ। ਸੋ ਇੱਧਰ ਇੱਕ ਰਹਿ ਗਈ, 1 ਪੋਸਟ ਆਪਣੀ ਸਪੋਰਟਸ M&B ਦੀ ਆ। ਫਿਜ਼ੀਕਲ ਹੈਂਡੀਕੈਪ ਦੀ 1 ਪੋਸਟ ਆ, ਔਰਥੋ ਦੀ ਤੇ ਆਪਣੀ ਵਿਜ਼ੂਅਲ ਇੰਪੇਅਰਡ ਦੀ ਹੈਗੀ ਆ ਜੀ ਆਪਣੀ 1 ਪੋਸਟ। ਫਿਜ਼ੀਕਲ ਹੀਅਰਿੰਗ ਇੰਪੇਅਰਡ ਦੀ ਹੈਗੀ ਆ ਹੈਂਡੀਕੈਪ ਦੀ 1 ਪੋਸਟ, ਇਹਨਾਂ ਦੀ ਸਾਰਿਆਂ ਦੀ 1 ਪੋਸਟ ਦਿੱਤੀ ਹੋਈ ਆ। ਬਟ ਫਰੀडम ਫਾਈਟਰ ਦੀ ਸਿਰਫ 1 ਪੋਸਟ ਆ ਜਿਹੜੀ ਸਿਰਫ ਮੇਲ ਦੀ ਆ ਠੀਕ ਆ ਜੀ। ਸੋ ਇਹਦੇ ਵਿੱਚ ਸਿਰਫ 1 ਹੀ ਹੁੰਦੇ ਆ ਕਿਉਂਕਿ ਇਹਦੇ ਵਿੱਚ ਜਿਹੜਾ ਫਰੀडम ਫਾਈਟਰ ਦਾ ਕੋਟਾ ਹੁੰਦਾ ਉਹ 1% ਹੁੰਦਾ ਸ਼ਾਇਦ ਠੀਕ ਆ ਜੀ। ਸੋ ਇਕਨੋਮਿਕਲ ਵੀਕਰ ਸੈਕਸ਼ਨ EWS ਜਿਹਨੂੰ ਆਪਾਂ ਕਹਿ ਦੇਣਾ EWS ਜਰਨਲ ਦੀਆਂ 11 ਸੀਟਾਂ ਨੇ, 11 ਦੇ ਵਿੱਚੋਂ 3 ਸੀਟਾਂ ਆਪਣੀਆਂ ਰਿਜ਼ਰਵ ਨੇ। ਸੋ ਇੱਧਰ ਆਪਣੀਆਂ 8 ਸੀਟਾਂ ਬਚ ਗਈਆਂ ਠੀਕ ਆ। ਸੋ
107 ਸੀਟਾਂ ਟੋਟਲ ਨੇ। ਸੋ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ 35 ਸੀਟਾਂ ਸਾਡੀਆਂ ਇਹਦੇ ਵਿੱਚੋਂ ਬਚ ਗਈਆਂ ਨੇ। ਸੋ ਜਿਹੜੀਆਂ 35 ਸੀਟਾਂ ਆਪਣੀਆਂ ਵੂਮਨਸ ਲਈ ਰਿਜ਼ਰਵ ਕੀਤੀਆਂ ਹੋਈਆਂ ਨੇ ਤੇ 72 ਸੀਟਾਂ ਆਪਣੇ ਕੋਲੇ ਇੱਧਰ ਮੇਲ ਲਈ ਬਚਣਗੀਆਂ। ਸੋ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਹੀ ਵਧੀਆ ਲੈਵਲ ਦੀ ਪੋਸਟ ਆ। ਸੋ ਇਹਦੇ ਵਿੱਚ ਕੰਪੀਟੀਸ਼ਨ ਮੈਂ ਇਦਾਂ ਨਹੀਂ ਕਹਿੰਦਾ ਕਿ ਘੱਟ ਨਹੀਂ ਹੋਏਗਾ, ਘੱਟ ਹੋਏਗਾ ਕੰਪੀਟੀਸ਼ਨ, ਜ਼ਿਆਦਾ ਹੋਏਗਾ ਇਹਦੇ ਵਿੱਚ ਕੰਪੀਟੀਸ਼ਨ। ਬਟ ਇਹਦੇ ਵਿੱਚ ਤੁਹਾਨੂੰ ਇੱਕ ਬੈਨੀਫਿਟ ਹੋਏਗਾ, ਕਿਉਂਕਿ ਇਹਦੇ ਵਿੱਚ ਅਗਰ ਤੁਸੀਂ ਇਹਦੇ ਵਿੱਚ ਕੁਝ ਮੈਂ ਤੁਹਾਨੂੰ ਦੱਸਾਂਗੇ 2021 'ਚ ਕਿਹੜਾ ਸਿਲੇਬਸ ਆਇਆ ਸੀ, ਕਿ ਇਹਦੇ ਵਿੱਚ ਥੋੜ੍ਹਾ ਜਿਹਾ ਅਗਰ ਤੁਸੀਂ ਉਹ ਸਿਲੇਬਸ ਦੇ ਉੱਤੇ ਧਿਆਨ ਦਿਓ ਤਾਂ ਤੁਸੀਂ ਇਹਦੇ ਵਿੱਚ ਥੋੜ੍ਹੇ ਅਪਰ ਮੈਰਿਟ ਦੇ ਵਿੱਚ ਆ ਸਕਦੇ ਹੋ। ਠੀਕ ਆ, ਸੋ ਇਹ ਸਾਰਾ ਕੁਝ ਬਾਕੀ ਤੁਹਾਨੂੰ ਦਿੱਤਾ ਹੋਇਆ ਵਾ ਕਿ ਸ਼੍ਰੇਣੀ ਕੋਡ ਇਹ ਆ। ਇਹਦੇ ਵਿੱਚ ਆਪਾਂ ਨੂੰ ਬੜਾ ਜ਼ਿਆਦਾ ਦੇਖਣ ਦੀ ਲੋੜ ਨਹੀਂ ਗੀ, ਰਾਖਵਾਂ ਕਰਨ ਦੇ ਬਾਰੇ ਸਾਰਾ ਕੁਝ ਦਿੱਤਾ ਹੋਇਆ ਇਹਨਾਂ ਨੇ। ਹਰੇਕ ਭਰਤੀ ਦੇ ਵਿੱਚ ਸੇਮ ਹੀ ਹੁੰਦਾ। ਠੀਕ ਆ, ਹੁਣ ਮੇਨ ਚੀਜ਼ ਆ ਤਨਖਾਹ, ਸੈਲਰੀ ਦੱਸੋ ਜੀ। ਸੈਲਰੀ ਇਹਦੀ ਸਰ ਆਪਣੀ ਹੈਗੀ ਆ ਪੇ ਸਕੇਲ 35,400। ਵੈਸੇ ਇਹ ਅਗਰ ਆਪਾਂ ਗੱਲ ਕਰੀਏ ਤਾਂ ਗਰੁੱਪ ਸੀ ਦੀ ਹੀ ਪੋਸਟ ਆ, ਬਟ ਅਗਰ ਆਪਾਂ ਲੈਵਲ ਦੀ ਗੱਲ ਕਰੀਏ, ਲੈਵਲ ਦੇ ਅਕੋਰਡਿੰਗ ਇਹਦੇ ਵਿੱਚ 35,400 ਰੁਪਇਆ ਸਟਾਰਟਿੰਗ ਫਸਟ ਮੰਥ ਤੋਂ ਤੁਹਾਨੂੰ 35,400 ਰੁਪਇਆ ਮਿਲੇਗਾ। ਤੁਸੀਂ ਸੋਚ ਸਕਦੇ ਹੋ ਅੱਧੋ ਅੱਧ ਦਾ ਫਰਕ ਆ। ਅਗਰ ਆਪਾਂ ਕਲਰਕ ਦੇ ਨਾਲ ਕੰਪੇਅਰ ਕਰੀਏ, ਚਾਹੇ ਕਿਸੇ ਵੀ ਪੋਸਟ ਨਾਲ, ਚਾਹੇ ਪਟਵਾਰੀ ਨਾਲ ਕਰੀਏ, ਵੀਡੀਓ ਨਾਲ ਵੀ ਕਰੀਏ। ਆਪਾਂ ਵੀਡੀਓ ਦੀ ਵੀ ਗੱਲ ਕੀਤੀ ਸੀ, ਜੋ ਆਪਣੇ ਵੀਡੀਓ ਦੇ ਵੀ ਸੀ ਉਹਦੀ ਵੀ ਸੈਲਰੀ 19,900 ਹੈ। ਠੀਕ ਆ ਜੀ, ਸੋ ਇਹਦੀ 35,400 ਸੈਲਰੀ ਹੈ। ਸੋ ਤੁਸੀਂ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਨਹੀਂ ਹੋਏ ਸੀ, ਇਹਦੇ ਵਿੱਚ ਚੰਗੀ ਤਰ੍ਹਾਂ ਆਪਣੀ ਤਿਆਰੀ ਸ਼ੁਰੂ ਕਰ ਦਿਓ, ਕਿਉਂਕਿ ਪੇਪਰ ਅਜੇ ਤੱਕ ਇਹਨਾਂ ਨੇ ਸਿਲੇਬਸ ਅਫੀਸ਼ੀਅਲ ਜਾਰੀ ਨਹੀਂ ਕੀਤਾ। ਸੋ ਸਿਲੇਬਸ ਜਿਸ ਹਿਸਾਬ ਨਾਲ ਲੇਟ ਹਰੇਕ ਪੋਸਟ ਦਾ ਕਰ ਰਹੇ ਆ। ਸੋ ਇਹ ਭਰਤੀਆਂ ਮੇਰੇ ਹਿਸਾਬ ਦੇ ਨਾਲ ਅਜੇ 3-4 ਮਹੀਨੇ ਦਾ ਕੋਈ ਪੇਪਰ ਹੋਣ ਦੀ ਸੰਭਾਵਨਾ ਨਹੀਂ, ਕਿਉਂਕਿ ਇੱਕ ਡੇਢ ਮਹੀਨਾ ਤਾਂ ਅਜੇ ਫਾਰਮ ਭਰਨ ਨੂੰ ਹੀ ਲੱਗ ਜਾਣਾ, ਕਿਉਂਕਿ ਬਾਅਦ ਵਿੱਚ ਥੋੜ੍ਹਾ ਬਹੁਤ ਕਿਤੇ ਡੇਟ ਵੀ ਐਕਸਟੈਂਡ ਕਰ ਦਿੰਦੇ ਹੁੰਦੇ ਅਗਰ ਪ੍ਰੋਬਲਮ ਆਵੇ ਤਾਂ। ਬਟ ਤੁਸੀਂ ਕੀ ਕਰਨਾ, ਤੁਸੀਂ ਜਿਹੜੇ ਡੇਟ ਇਹਨਾਂ ਨੇ ਦਿੱਤੀ ਆ ਉਸ ਤੋਂ 10 ਦਿਨ ਪਹਿਲਾਂ, ਠੀਕ ਆ ਜੀ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਜਿਹੜੀ ਡੇਟ ਇਹਨਾਂ ਨੇ ਤੁਹਾਨੂੰ ਜਿੱਦਾਂ 23 ਤਰੀਕ ਦਿੱਤੀ ਆ ਉਸ ਤੋਂ ਤੁਸੀਂ 10 ਦਿਨ ਪਹਿਲਾਂ 13 ਤਰੀਕ ਤੱਕ ਆਪਦਾ ਫਾਰਮ ਭਰ ਲਓ ਚੰਗੀ ਤਰ੍ਹਾਂ। ਠੀਕ ਆ, ਬਾਅਦ ਵਿੱਚ ਸਾਈਟਸ ਬਿਜ਼ੀ ਹੋ ਜਾਂਦੀਆਂ ਅਗਰ ਡੇਟ ਕਈ ਵਾਰ ਐਕਸਟੈਂਡ ਨਹੀਂ ਹੁੰਦੀ, ਸੋ ਦਿੱਕਤ ਹੋਏਗੀ ਤੁਹਾਨੂੰ। ਸੋ ਉਮਰ ਸੀਮਾ ਹੁਣ ਮੇਨ ਜਿਹੜੀ ਅਗਰ ਆਪਾਂ ਗੱਲ ਕਰੀਏ ਤਾਂ ਜਰਨਲ ਸ਼੍ਰੇਣੀ ਦੇ ਜਿਹੜੇ ਉਮੀਦਵਾਰ ਨੇ, ਠੀਕ ਆ, ਉਹ ਆਪਣੀ ਉਹਨਾਂ ਦੀ ਉਮਰ ਸੀਮਾ ਹੈਗੀ ਆ ਜੀ 18 ਤੋਂ 37 ਸਾਲ। ਠੀਕ ਹੈ ਜੀ, 18 ਤੋਂ ਘੱਟ ਤੋਂ ਘੱਟ 18, ਵੱਧ ਤੋਂ ਵੱਧ 37। ਜਿਹੜੀ ਆਪਣੀ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਆ, ਉਹਨਾਂ ਦੀ ਵੱਧ ਤੋਂ ਵੱਧ ਉਮਰ 42 ਸਾਲ ਆ ਤੇ ਘੱਟ ਤੋਂ ਘੱਟ 18। ਠੀਕ ਆ, 18 ਤੋਂ ਉਹਦੇ ਵਾਲਾ ਨਹੀਂ ਕਰ ਸਕਦਾ। 45 ਸਾਲ ਜਿਹੜੇ ਆਪਣੇ ਸੈਂਟਰ ਦੇ ਵਿੱਚ ਜਾਂ ਰਾਜ ਦੇ ਵਿੱਚ ਉਹ ਕਰਦੇ ਨੇ, ਜੌਬ ਕਰਦੇ ਨੇ। ਠੀਕ ਆ ਜੀ, ਐਕਸ ਸਰਵਿਸਮੈਨ ਦੀ ਰੂਲ ਉਹਨਾਂ ਦੇ ਤਰੀਕੇ ਦੇ ਨਾਲ ਉਹ ਕੀਤੀ ਜਾਊਗੀ। ਜਿਹੜੇ ਪੰਜਾਬ ਦੇ ਵਸਨੀਕ ਦਿਵਿਆਂਗ ਉਮੀਦਵਾਰ ਨੇ, ਠੀਕ ਆ, ਉਹਨਾਂ ਦੀ ਉੱਪਰ ਦੀ ਸੀਮਾ ਵਿੱਚ 10 ਸਾਲ ਦੀ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 37 ਸਾਲ ਹੋਵੇਗੀ। ਠੀਕ ਆ, ਸੋ ਇਹ ਸਾਰਾ ਕੁਝ ਤੁਸੀਂ ਆਪਣਾ ਕਰ ਸਕਦੇ ਹੋ, ਦੇਖ ਸਕਦੇ ਹੋ। ਹੁਣ ਫੀਸ ਉਹੀ ਆ 1000 ਰੁਪਇਆ ਆਪਣੀ ਜਰਨਲ ਦੀ, ਸੁਤੰਤਰਤਾ ਸੰਗਰਾਮੀ ਖਿਡਾਰੀ ਦੀ। ਬਾਕੀ ਸਾਰੀ ਅਗਰ ਆਪਾਂ ਗੱਲ ਕਰੀਏ ਉਹਦੀ 250 ਰੁਪਇਆ ਵਾ। EWS BC ਤੇ SC ਦੀ, ਸਾਬਕਾ ਫੌਜੀ ਅਤੇ ਆਸ਼ਰਤਾਂ ਦੀ 200 ਰੁਪਇਆ ਵਾ। ਦਿਵਿਆਂਗ ਫਿਜ਼ੀਕਲ ਹੈਂਡੀਕੈਪ ਦੀ 500 ਰੁਪਇਆ ਵਾ। ਠੀਕ ਹੈ ਜੀ, ਸੋ ਇਹ ਸਾਰਾ ਕੁਝ ਹੈ। ਹੁਣ ਪੇਪਰ ਦੇਖੋ ਜੀ, ਇਹਨਾਂ ਨੇ ਸਾਫ਼ ਦਿੱਤਾ ਕਿ ਜਿਹੜਾ ਸਫਲਾਪੂਰਾ ਉਹਨਾਂ ਦਾ ਆਬਜੈਕਟਿਵ ਟਾਈਪ ਦੀ ਆਪਣਾ ਲਿਖਤੀ ਪ੍ਰੀਖਿਆ ਹੋਊਗੀ। ਲਿਖਤੀ ਪ੍ਰੀਖਿਆ ਦੇ ਇਹਦੇ ਵਿੱਚ ਕੋਈ ਟਾਈਪਿੰਗ ਨਹੀਂ ਹੋਏਗੀ। ਪਹਿਲਾਂ ਬਾਰ-ਬਾਰ ਸੁਣ ਲਓ ਤੁਸੀਂ, ਮੈਂ ਬਾਰ-ਬਾਰ ਦੱਸ ਰਿਹਾ, ਇਹਦੇ ਵਿੱਚ ਕੋਈ ਵੀ ਟਾਈਪਿੰਗ ਨਹੀਂ ਹੋਏਗੀ। ਕਾਮਨ ਮੈਰਿਟ ਲਿਸਟ ਬਣੂਗੀ। 120 ਨੰਬਰ ਦਾ ਪੇਪਰ ਆਊਗਾ, ਜਿੱਦਾਂ ਪਿਛਲੀ ਵਾਰ ਆਇਆ ਸੀ 120 ਨੰਬਰ ਦਾ ਪੇਪਰ ਆਊਗਾ, ਉਹਦੇ ਆਧਾਰ ਦੇ ਉੱਤੇ ਮੈਰਿਟ ਬਣੂਗੀ। ਮੰਨ ਲਓ 120 ਦੇ ਵਿੱਚੋਂ ਤੁਹਾਡੇ 95 ਨੰਬਰ ਆਉਂਦੇ ਨੇ ਤਾਂ ਤੁਸੀਂ ਮੈਰਿਟ ਦੇ ਵਿੱਚ ਅਗਰ ਯੋਗ ਹੋਵੋਗੇ, ਉਸ ਟਾਈਮ ਦੇ ਉੱਤੇ ਉੱਪਰਲਿਆਂ ਦੇ ਵਿੱਚ ਹੋਵੋਗੇ, ਠੀਕ ਆ, ਸੋ ਤੁਸੀਂ ਆਰਾਮ ਨਾਲ ਸਿਲੈਕਟ ਹੋ ਜਾਓਗੇ। ਠੀਕ ਆ, ਸੋ ਆਪਾਂ ਦੇਖਿਆ ਸੀ ਕਿ ਕਿੰਨੀਆਂ ਪੋਸਟਾਂ ਨੇ, 30 ਪੋਸਟਾਂ ਨੇ। ਟੌਪ 30 ਦੇ ਵਿੱਚ ਆਉਣਾ ਪੈਣਾ ਤੁਹਾਨੂੰ। ਅਗਰ ਤੁਸੀਂ ਟੌਪ 30 ਦੇ ਵਿੱਚ ਆਓਗੇ ਤਾਂ ਹੀ ਤੁਹਾਡੀ ਇਹਦੇ ਵਿੱਚ ਸਿਲੈਕਸ਼ਨ ਹੋ ਸਕੇਗੀ ਜਰਨਲ ਕੈਟਾਗਰੀ ਦੀ। ਠੀਕ ਆ ਜੀ, ਸੋ ਇਹਦੇ ਵਿੱਚ ਅਗਰ ਆਪਾਂ ਅੱਗੇ ਗੱਲ ਕਰੀਏ, ਸੋ ਠੀਕ ਹੈ ਜੀ, 40% ਤੁਹਾਨੂੰ ਆਪਣੀ ਇਹਦੇ ਵਿੱਚ ਲੈਣੇ ਜ਼ਰੂਰੀ ਨੇ ਮਾਰਕਸ। ਇੱਦਾਂ ਨਹੀਂ ਕਿ ਤੁਸੀਂ 40% ਤੋਂ ਘੱਟ ਨਹੀਂ, ਜਿੱਦਾਂ ਕਿ 120 ਨੰਬਰ ਦਾ ਪੇਪਰ ਹੁੰਦਾ ਤਾਂ 48 ਨੰਬਰ ਘੱਟੋ ਘੱਟ ਲੈਣੇ ਜ਼ਰੂਰੀ ਆ। ਇਸ ਤੋਂ ਅਗਰ ਤੁਸੀਂ ਘੱਟ ਲੈਣੇ ਹੋ ਤਾਂ ਤੁਸੀਂ ਅਯੋਗ ਕਰਾਰ ਦਿਓਗੇ, ਚਾਹੇ ਤੁਹਾਡੀ ਬਣੀ ਜਾਵੇ। ਠੀਕ ਆ ਜੀ, ਉਹਦੇ ਵਿੱਚ ਸੋ ਜਿਹੜਾ ਇਹਦਾ ਆਪਣਾ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਕਿ ਆਬਜੈਕਟਿਵ ਪ੍ਰੀਖਿਆ ਵਾ ਜਿਹੜਾ ਸੰਭਾਵੀ ਸਿਲੇਬਸ ਤੇ ਪੈਟਰਨ ਆ ਜਿਹੜਾ ਉਹ ਵੈਬਸਾਈਟ ਤੇ ਉਪਲਬਧ ਕਰ ਦੇਣਗੇ ਇਹ। ਠੀਕ ਆ, ਬਾਰ-ਬਾਰ ਕਹਿੰਦੇ ਚੈੱਕ ਕਰਦੇ ਰਹੋ ਤੁਸੀਂ। ਸੋ ਮੇਰੇ ਅਕੋਰਡਿੰਗ ਐਂਡ ਜੇ ਤੇ ਜਾ ਕੇ ਇਹ ਕਰ ਦੇਣਗੇ, ਕਿਉਂਕਿ ਪੇਪਰ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਅਜੇ ਉਹ ਤੁਹਾਨੂੰ 3-4 ਮਹੀਨੇ ਦੇਣਗੇ। ਇਹ ਬਿਹਤਰੀਨ ਮੌਕਾ ਵਾ ਤੁਹਾਡੇ ਲਈ, ਗੋਲਡਨ ਚਾਂਸ ਆ, ਤੁਸੀਂ ਆਪਣੀ ਤਿਆਰੀ ਕਰ ਲਓ। ਠੀਕ ਆ, ਹੁਣ ਇਹਦੇ ਵਿੱਚ ਮੈਂ ਦੂਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਵਾਂ, ਜਿਹੜੀ ਦੂਸਰੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਹੜਾ ਕਿ ਇਹ ਵਾਲਾ ਪੇਪਰ ਹੋਇਆ ਸੀ ਉਸ ਟਾਈਮ ਦੇ ਉੱਤੇ 2021 'ਚ, ਉਹਦਾ ਪਲਾਨ ਇਹ ਸੀ। ਠੀਕ ਆ, ਪਹਿਲੀ ਗੱਲ ਤਾਂ ਇਹ 2022 ਦਾ ਸਿਲੇਬਸ ਨਹੀਂਗਾ। ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਾਂ ਕਿ 2022 ਦਾ ਸਿਲੇਬਸ ਨਹੀਂਗਾ, ਇਹ 2021 ਦਾ ਸਿਲੇਬਸ ਆ ਜਿਹੜਾ ਕਿ ਹੁਣੇ ਰੀਸੈਂਟਲੀ ਐਗਜ਼ਾਮ ਹੋਇਆ ਸੀ। ਬਟ ਇਹਦੇ ਵਿੱਚ ਕੀ ਹੋਇਆ ਸੀ, ਇੱਕ ਨਾ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ, ਬਲਾਕ ਲੈਵਲ ਐਕਸਟੈਂਸ਼ਨ ਆਫਿਸਰ ਤੇ ਐਗਜ਼ਾਈਜ਼ ਤੇ ਟੈਕਸੇਸ਼ਨ ਆਫਿਸਰ, ਇਹਨਾਂ ਤਿੰਨਾਂ ਦੀਆਂ ਪੋਸਟਾਂ ਨੂੰ ਮਰਜ ਕਰਕੇ ਇੱਕ ਟੈਸਟ ਲਿਆ ਸੀ ਉਸ ਟਾਈਮ ਦੇ ਉੱਤੇ। ਠੀਕ ਆ, 168 ਦੇ ਨੇੜੇ ਪੋਸਟਾਂ ਸੀਗੀਆਂ, ਤਾਂ ਕਰਕੇ ਇਹਦੇ ਵਿੱਚ ਥੋੜਾ ਜਿਹਾ ਮੈਂ ਸਿਲੇਬਸ ਤੁਹਾਨੂੰ ਦੱਸਾਂਗਾ। ਸੋ ਨੈਗੇਟਿਵ ਮਾਰਕਿੰਗ ਹੁੰਦੀ ਆ, 1/4 ਤੁਹਾਡੀ ਨੈਗੇਟਿਵ ਮਾਰਕਿੰਗ ਹੁੰਦੀ ਆ, ਸੋ ਉਹ ਤਾਂ ਇਹਦੇ ਵਿੱਚ ਵੀ ਹੋਏਗੀ 100%।
ਠੀਕ ਆ। ਹੁਣ ਅਗਰ ਆਪਾਂ ਗੱਲ ਕਰੀਏ ਆਪਣੇ ਇਹਦੇ ਸਿਲੇਬਸ ਦੀ, ਜਰਨਲ ਨੌਲੇਜ ਤੇ ਅਵੇਅਰਨੈਸ ਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ 15 ਨੰਬਰ ਦੀ ਇਹਦੇ ਵਿੱਚ ਆਈ ਸੀ। ਸੋ ਜਰਨਲ ਨੌਲੇਜ ਤੁਹਾਡੀ ਇਹਦੇ ਵਿੱਚ ਵੱਧ ਸਕਦੀ ਆ, ਉਹ ਮੈਂ ਤੁਹਾਨੂੰ ਦੱਸੂਗਾ ਕਿਉਂ ਵੱਧ ਆਏਗੀ। ਦੇਖੋ ਜੀ, ਕਰੰਟ ਅਫੇਅਰ, ਹਿਸਟਰੀ ਐਂਡ ਜੀਓਗ੍ਰਾਫੀ, ਇਕਨੋਮਿਕਸ, ਨੌਲੇਜ ਰਿਲੇਟਡ, ਪੋਲੀਟੀਕਲ ਐਂਡ ਸਾਇੰਟੀਫਿਕ ਫੀਲਡ, ਸਪੋਰਟਸ ਹੋ ਗਿਆ, ਸਿਨੇਮਾ, ਲਿਟਰੇਚਰ, ਇੰਪੋਰਟੈਂਟ ਇਵੈਂਟ, ਫਰੀडम ਐਂਡ ਸੋਸ਼ਲ ਮੂਵਮੈਂਟ। ਫਰੀडम ਦਾ ਮੂਵਮੈਂਟ ਆਪਾਂ ਕੀਤੀਆਂ ਹੋਈਆਂ ਨੇ ਮਾਡਰਨ ਹਿਸਟਰੀ 'ਚ ਬਹੁਤ ਚੰਗੀ ਤਰ੍ਹਾਂ। ਉਹਨਾਂ ਦੇ ਲੀਡਰ ਇੰਡੀਆ ਤੇ ਪੰਜਾਬ ਦੇ, ਉਹਦੇ ਰਿਲੇਟਡ ਪੋਰਸ਼ਨ, ਸੈਂਟਰ ਐਂਡ ਸਟੇਟ ਐਗਜ਼ੀਕਿਊਟਿਵ ਪੋਲਿਟੀ ਦਾ ਸਬਜੈਕਟ ਹੈਗਾ, ਜੁਡੀਸ਼ੀਅਲ ਸਿਸਟਮ, ਹਾਈ ਕੋਰਟ, ਸੁਪਰੀਮ ਕੋਰਟ ਹੋ ਗਿਆ, ਇਹ ਵੀ ਆਪਾਂ ਕਰ ਚੁੱਕੇ ਹਾਂ। ਫੰਡਾਮੈਂਟਲ ਰਾਈਟਸ ਤੇ ਡਿਊਟੀ ਸਿਟੀਜ਼ਨਸ ਦੀਆਂ, ਠੀਕ ਆ, ਇਹ ਵੀ ਆਪਾਂ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਦੇਖ ਲਓ ਤੁਸੀਂ ਖੁਦ ਉਹਨਾਂ ਨੇ ਉਹ ਵਾਲਾ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਇਸੇ ਲਈ ਮੈਂ ਕਹਿੰਦਾ ਹੁੰਦਾ ਕਿ ਮਾਡਰਨ ਹਿਸਟਰੀ, ਪੰਜਾਬ ਜੀਕੇ ਤੇ ਇੱਕ ਲਾ ਲਓ ਤੁਸੀਂ ਸਟੈਟਿਕ ਜੀਕੇ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ, ਕਿਉਂਕਿ ਇਹ ਤੇ ਨਾਲ ਕਰੰਟ ਅਫੇਅਰ ਥੋੜੇ ਬਹੁਤ, ਠੀਕ ਆ। ਇਹ 4 ਸਬਜੈਕਟ ਤਾਂ ਇਹੋ ਜਿਹੇ ਨੇ ਜਿਹਦੇ ਵਿੱਚ ਕਿ ਤੁਹਾਨੂੰ ਜੀਕੇ ਦੇ ਵਿੱਚੋਂ ਜਿੰਨੇ ਨੰਬਰ ਦੀ ਮਰਜ਼ੀ ਆ ਜਾਵੇ, ਇਹਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਪੇਪਰ ਆਉਂਦਾ ਹੁੰਦਾ ਵਾ। ਨੂਮੈਰੀਕਲ ਐਪਟੀਟਿਊਡ 15 ਨੰਬਰ ਦਾ ਆਊਗਾ, ਠੀਕ ਆ ਜੀ। ਮੈਥ ਸੋ ਆਇਆ ਸੀ ਸੋ ਇਹਦੇ ਵਿੱਚ ਵੀ ਇੰਨਾ ਹੀ ਆ ਸਕਦਾ। ਰੀਜ਼ਨਿੰਗ ਇਹਦੇ ਵਿੱਚ 10 ਆਈ ਸੀ। ਸੋ ਜਿਹਦੇ ਵਿੱਚ ਵੀ ਮੈਥ ਤੇ ਰੀਜ਼ਨਿੰਗ ਦਾ ਘੱਟ ਸੀ, ਇਹਦੇ ਵਿੱਚ ਘੱਟ ਪੁੱਛਿਆ ਗਿਆ ਸੀ। ਜਿਨ੍ਹਾਂ ਦਾ ਥੋੜਾ ਵੀਕ ਹੈ ਉਹਨਾਂ ਲਈ ਥੋੜੀ ਰਾਹਤ ਦੀ ਖਬਰ ਆ। ਇੰਗਲਿਸ਼ ਪੰਜਾਬੀ 20 ਨੰਬਰ ਦੀ ਆਈ ਸੀ। ਆਈਟੀ ਕੰਪਿਊਟਰ ਆਈਟੀ 10 ਨੰਬਰ ਦਾ ਆਇਆ ਸੀ। ਪੰਜਾਬ ਹਿਸਟਰੀ ਐਂਡ ਕਲਚਰ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇਹ ਤਾਂ ਪੱਕਾ ਆਉਣਾ ਹੀ ਆਉਣਾ ਹਰੇਕ ਪੇਪਰ 'ਚ। ਇਹਦੇ 'ਚ 10 ਦਾ ਆ ਰਿਹਾ, ਕਲਰਕ ਦੇ ਵਿੱਚ 20 ਆਇਆ ਸੀ। ਸੋ ਇਹਦੇ ਵਿੱਚ ਵੀ ਇਸ ਵਾਰ 20 ਦਾ ਹੋ ਸਕਦਾ ਵਾ, ਜੇਕਰ ਉਹ, ਮੈਂ ਤੁਹਾਨੂੰ ਦੱਸਦਾ, ਇੱਕ ਆਹ ਵਾਲਾ ਜਿਹੜਾ ਸਿਲੇਬਸ ਆ 20 ਨੰਬਰ ਦਾ ਅਗਰ ਰਿਮੂਵ ਕਰਦੇ ਨੇ ਤਾਂ ਉਹ ਥੋੜਾ ਜਿਹਾ ਹੋਰ, ਚਾਹੇ ਮੈਥ ਦਾ ਵਧਾਉਣਗੇ ਚਾਹੇ ਰੀਜ਼ਨਿੰਗ ਵਧਾਉਣਗੇ, ਕੋਈ ਇੱਕ ਸਬਜੈਕਟ ਦੇ ਵਿੱਚੋਂ 2 ਸਬਜੈਕਟ ਦੇ ਵਿੱਚ ਉਹ ਡਿਸਟਰੀਬਿਊਸ਼ਨ ਕਰ ਦੇਣਗੇ ਅਗਰ ਆਹ ਵਾਲਾ ਕੱਟਦੇ ਨੇ। ਸੋ ਇਹ ਕੱਟ ਸਕਦੇ ਨੇ, ਕੋਈ ਵੱਡੀ ਗੱਲ ਨਹੀਂ, ਠੀਕ ਆ ਜੀ। ਇਹਦੇ ਵਿੱਚ ਟੈਕਸੇਸ਼ਨ ਆ 100% ਆਊਗਾ, ਠੀਕ ਆ। ਆ 20 ਨੰਬਰ ਇੱਦਾਂ, ਉਹਨਾਂ ਦਾ ਇਹ ਵੀ ਨਹੀਂ ਪਤਾ ਕਿ ਇਸ ਵਾਰ ਚੱਕ ਕੇ ਇਹਦਾ 20 ਦੇ 40 ਨੰਬਰ ਕਰ ਦੇਣ। ਹੋ ਸਕਦਾ ਕਿ ਆਹ ਵਾਲਾ ਕੱਟ ਦੇਣ, ਕਿਉਂਕਿ ਇਹ ਵਾਲਾ ਜਿਹੜੇ ਮਤਲਬ ਗਵਰਨਮੈਂਟ ਇੰਡਸਟਰੀਅਲ ਡਿਵੈਲਪਮੈਂਟ ਦਾ ਸੀਗਾ, ਇੰਡਸਟਰੀਅਲ ਡਿਵੈਲਪਮੈਂਟ ਰੂਲ ਰੈਗੂਲੇਸ਼ਨ ਵਗੈਰਾ, MSME ਪੁੱਛਿਆ ਹੋਇਆ ਸੀਗਾ। ਇਹ ਜ਼ਿਆਦਾਤਰ ਆਪਣੇ ਇਸ ਪੰਜਾਬ ਦੇ ਅਗਰ ਆਪਾਂ ਗੱਲ ਕਰੀਏ ਸੀਪੋ ਦੀ ਪੋਸਟ ਤੇ BLU ਦੀ ਪੋਸਟ ਲਈ ਸੀਗਾ, ਠੀਕ ਆ। ਸਪੈਸ਼ਲ ਇਹਨਾਂ ਨੇ ਇਕੱਠੀ ਕੀਤੀ ਸੀ ਤਾਂ ਕਰਕੇ ਐਡ ਕਰਤਾ ਸੀ। ਬਟ ਜਿਹੜਾ ਟੈਕਸੇਸ਼ਨ ਦਾ ਸਬਜੈਕਟ ਅਗਰ ਮੈਂ ਗੱਲ ਕਰਾਂ, ਟੈਕਸੇਸ਼ਨ ਦਾ ਸਬਜੈਕਟ ਇੱਦਾਂ ਦਾ ਸਬਜੈਕਟ ਆ ਜਿਹੜਾ ਕਿ ਤੁਹਾਨੂੰ ਬੜੇ ਹੀ ਆਰਾਮ ਦੇ ਨਾਲ, ਅਗਰ ਆਪਾਂ ਗੱਲ ਕਰੀਏ ਤਾਂ 20 ਨੰਬਰ ਦਾ ਤੁਸੀਂ ਆਪਦਾ ਕਰ ਸਕਦੇ ਹੋ, ਜਿਸ 'ਚ ਇੰਡੀਅਨ ਇਕਨੋਮੀ ਆਫ ਪੰਜਾਬ, ਨੀਤੀ ਆਯੋਗ, ਟੈਕਸੇਸ਼ਨ ਰੂਲ ਰੈਗੂਲੇਸ਼ਨ, ਇੰਡਸਟਰੀ ਦੀਆਂ GST ਹੋ ਗਿਆ, ਕਸਟਮ, ਐਕਸਾਈਜ਼, ਲਾਇਸੈਂਸਿੰਗ, ਇੰਡਸਟਰੀਅਲ ਯੂਨਿਟ। ਸੋ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਮਿਲੇਗਾ। ਸੋ ਇਹ ਵਾਲਾ ਵੀ ਹੋ ਸਕਦਾ ਇਹਦਾ 30 ਨੰਬਰ ਦਾ ਕਰਕੇ ਮੈਥ 10 ਨੰਬਰ ਵਧਾ ਦੇਣ, ਹੋਰ ਹੋ ਸਕਦਾ ਇਹਦਾ 30 ਨੰਬਰ ਕਰਕੇ ਜੀਕੇ ਆਪਣੀ 10 ਨੰਬਰ ਵਧਾ ਦੇਣ। ਕਿਸੇ ਦੇ ਵਿੱਚ ਵੀ ਇਹ ਮਾਰਕ ਡਿਸਟਰੀਬਿਊਸ਼ਨ ਕਰ ਸਕਦੇ ਆ। ਸੋ ਇਹ ਸਿਰਫ ਅਗਰ ਆਪਾਂ ਗੱਲ ਕਰੀਏ ਟੈਂਟੇਟਿਵ ਸਿਲੇਬਸ, ਮੈਂ ਤੁਹਾਨੂੰ ਦੱਸਿਆ ਕਿ ਇਦਾਂ ਦਾ ਹੁਣ ਅਜੇ ਰੀਸੈਂਟਲੀ ਹੋ ਕੇ ਹਟਿਆ ਵਾ ਪੇਪਰ ਅਕਤੂਬਰ ਨਵੰਬਰ ਦੇ ਵਿੱਚ, ਤਾਂ ਇਸ ਤਰ੍ਹਾਂ ਦਾ ਪੇਪਰ ਹੋ ਸਕਦਾ ਵਾ। ਬਾਕੀ ਦੇਖਦੇ ਹਾਂ ਕਿ ਕਿੱਦਾਂ ਦਾ, ਜਦੋਂ ਵੀ ਅਫੀਸ਼ੀਅਲ ਸਿਲੇਬਸ ਆਏਗਾ ਤੁਸੀਂ ਇਹਦੇ ਅਕੋਰਡਿੰਗ ਆਪਦੀ ਤਿਆਰੀ ਸ਼ੁਰੂ ਕਰ ਸਕਦੇ ਹੋ। ਸਿਰਫ ਆ ਥੱਲੇ ਵਾਲਾ ਸਬਜੈਕਟ ਛੱਡ ਦਿਓ, ਬਾਕੀ ਜੀਕੇ ਦੀ ਤਿਆਰੀ ਆਪਾਂ ਤੁਹਾਨੂੰ ਤੇ ਪੰਜਾਬ ਜੀਕੇ ਦੀ ਤਿਆਰੀ ਬਹੁਤ ਚੰਗੀ ਤਰ੍ਹਾਂ ਆਪਾਂ ਕਰਵਾ ਰਹੇ ਹਾਂ। ਆਪਣਾ 65% ਸਿਲੇਬਸ ਪੰਜਾਬ ਜੀਕੇ, ਮਾਡਰਨ ਹਿਸਟਰੀ ਅਤੇ ਆਪਣੇ ਲਾ ਲਓ ਇੰਡੀਅਨ ਪੋਲਿਟੀ, ਇਹਦਾ 65% ਸਿਲੇਬਸ ਆਪਾਂ ਕਰ ਚੁੱਕੇ ਹਾਂ। ਅਜੇ ਤੱਕ ਟੋਟਲ 42 ਕਲਾਸਾਂ ਆਪਣੀਆਂ ਹੋ ਚੁੱਕੀਆਂ ਨੇ, ਠੀਕ ਆ ਜੀ। ਟੋਟਲ ਆਪਾਂ 67 ਕਲਾਸਾਂ ਕਰਨੀਆਂ ਨੇ, ਠੀਕ ਆ। ਸੋ 25 ਕਲਾਸਾਂ ਇਹਨਾਂ ਦੀਆਂ ਹੋ ਕੇ ਉਸ ਤੋਂ ਬਾਅਦ ਆਪਾਂ ਨਾਲ ਇਹਨਾਂ ਦੇ MCQ ਸ਼ੁਰੂ ਕਰਦਾ ਤੇ ਨਾਲ ਹੀ ਸਟੈਟਿਕ ਜੀਕੇ ਤੇ ਜਿਹੜੇ ਇਕਨੋਮੀ ਆਪਾਂ ਸ਼ੁਰੂ ਕਰ ਦੇਵਾਂਗੇ ਨਾਲ, ਠੀਕ ਆ। ਸੋ ਜੀਕੇ ਦੀ ਸਾਰੀ ਤਿਆਰੀ ਕਰਵਾਉਣ ਦੀ ਜ਼ਿੰਮੇਵਾਰੀ ਆਪਣੀ ਹੋਏਗੀ। ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਤੇ ਆਪਣੀ ਤਿਆਰੀ ਰੱਖੋ। ਜਦੋਂ ਵੀ ਆਪਾਂ ਨੂੰ ਕੋਈ ਇਹਦੀ ਅਪਡੇਟ ਮਿਲੂਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ, ਠੀਕ ਹੈ ਜੀ। ਧੰਨਵਾਦ ਜੀ।